ਸਾਨੂੰ ਇੱਧਰ ਸਰਕਾਰ ਖੱਜਲ ਖਰਾਬ ਕਰ ਲਈ। ਮੈਂ ਕਾਨੂੰਗੋ ਸਾਹਿਬ ਨੂੰ ਪੁੱਛਿਆ, ਮੈਂ ਕਾਨੂੰਗੋ ਸਾਹਿਬ ਸੱਦਿਆ ਪਟਵਾਰੀ ਨੂੰ ਮੌਕੇ ਤੇ, ਆਂਦਾ ਲਾਗੀਆਂ ਨੇ ਲਾਗ ਲੈਣਾ, ਸਾਨੂੰ ਇੱਥੇ ਕਿਹੜੀ ਗੱਲ ਦੀ ਜ਼ਰੂਰਤ ਹੈ। ਮੈਂ ਕਾਨੂੰਗੋ ਸਾਹਿਬ ਮੌਕੇ ਤੇ ਕਾਨੂੰਗੋ ਉਹਨਾਂ ਦੇ ਪਟਵਾਰੀ ਨੂੰ ਸੱਦਣਾ ਜ਼ਰੂਰੀ ਆ। ਜਿੰਨੇ ਵੀ ਤੁਸੀਂ ਇਹ ਜਿਹੜੀ ਨਿਸ਼ਾਨਦੇਹੀ ਵਿੱਚ ਤੁਹਾਡੀ ਜ਼ਮੀਨ 'ਚੋਂ ਪਈ ਨਿਕਲਿਆ ਯਾਰ ਸਰਕਾਰ ਦੇ ਸਰਕਾਰੀ ਰਿਕਾਰਡ ਦੇ ਵਿੱਚ, ਕੀ ਤੁਸੀਂ ਇਹ ਛੱਡਣ ਨੂੰ ਤਿਆਰ ਹੋ? ਹਾਂ ਜੀ, ਮੈਂ ਨਾ ਹੀ ਇਹਨੂੰ ਵਾਵਾਂਗਾ। ਅਗਲੇ ਪਾਸੇ ਮੇਰੇ ਵੇਖ ਲਓ ਵੱਟਾਂ ਪੈਣੀਆਂ ਹੈਗੀਆਂ, ਮੈਂ ਨਾ ਹੀ ਵਾਵਾਂਗਾ, ਉਵੇਂ ਦੀਆਂ ਉਵੇਂ ਰਹਿਣਗੀਆਂ। ਇਹ ਜਿੱਥੇ ਰਸਤਾ ਹੈਗਾ ਛੱਡਿਆ, ਮੈਂ ਰਸਤੇ ਨੂੰ ਕੀ ਕਰਨਾ ਹੈਗਾ। ਗ੍ਰਾਮ ਪੰਚਾਇਤ ਨੇ ਕਰਾਈ ਆ, ਚਾਹੇ ਕਿਸੇ ਪ੍ਰਾਈਵੇਟ ਨੇ ਕੋਈ ਦੂਰਬੀਨ ਨਾਲ ਕਰਾਈ ਗਈ ਆ, ਜਿੰਦੇ ਨਾਲ ਵੀ ਕਰਾਈ ਗਈ, ਉਹਨਾਂ ਨੂੰ ਕਹਿੰਦੇ ਖਰਚਾ ਤਾਂ ਦਿੱਤਾ ਹੋਏਗਾ। ਕਿਉਂ ਵੇਸਟ ਮਨੀ ਕਰ ਰਹੇ ਆ? ਜੇ ਗ੍ਰਾਮ ਪੰਚਾਇਤ ਨੇ ਕਰਾਈ ਆ, ਗ੍ਰਾਮ ਪੰਚਾਇਤ ਕਿਉਂ ਪੈਸਾ ਖਰਚ ਕਰ ਰਿਹਾ? ਉਸੇ ਦਿਨ ਉਸੇ ਪੈਸਾ ਸਾਰੀ ਨਿਸ਼ਾਨ ਦੀ ਸਾਰੇ ਰਕਬੇ ਦੀ ਰਾਹ ਦੀ ਹੋ ਜਾਣੀ। ਫਿਰ ਜੇ ਅਗਲੇ ਅਗਾਸੇ ਹਲਕਾ ਲੱਗਦਾ ਹੈ ਤਾਂ ਆਪਾਂ ਨੂੰ ਕੀ ਤਕਲੀਫ ਸੀ ਉਸ ਕਾਨੂੰਨ ਤੋਂ ਪਟਵਾਰੀ ਨੂੰ ਸੱਦਣ ਦੀ? ਨਾ ਸੱਦਦੇ। ਹੁਣ ਜੇ ਉਹਨਾਂ ਨੂੰ ਮੌਕੇ ਤੇ ਹੁੰਦੇ, ਜਿਹੜੀ ਆ ਸਾਡੀ ਪਈ ਦਾ ਸਾਰਾ ਰੌਲਾ ਸਪਸ਼ਟ ਰੂਪ 'ਚ ਨਿਬੜ ਜਾਂਦਾ। ਜੇ ਹੁਣ ਉਹਨੂੰ ਕਹਿੰਦੇ ਨਾ ਸਾਡਾ ਕੋਈ ਰੌਲਾ ਨਿਬੜਿਆ, ਬਿਲਕੁਲ ਫਰੀ ਦੀ ਮਕਾਲ ਦਾ ਸਿਲਸਿਲਾ ਬਣ ਗਿਆ, ਠੀਕ ਹੈ ਨਾ। ਉਹ ਮੇਰੇ ਖੇਤਾਂ 'ਚ ਸ਼ੁਰੂ ਹੁੰਦੀ ਆ, ਵੇਖ ਲਓ ਇੱਥੋਂ, ਤੇ ਮੇਰੇ ਖੇਤਾਂ 'ਚ ਪੈੜੀ ਨਾਲ ਵਾਲੀ ਹੱਲ ਲੱਗੇ, ਗੱਲ ਖਤਮ ਹੋ ਜਾਂਦੀ। ਤੇ ਇੱਕ ਦਰਖਾਸਤ ਦੇ ਉਹਦੇ ਵਿੱਚ ਮਤਾ ਪਾ ਕੇ 2-3 ਦਿਨਾਂ ਦੇ ਵਿੱਚ ਹੀ ਰਾਤ ਪਤਾ ਨਹੀਂ ਕੀ ਰਾਤ ਠੀਕ ਹੈ। ਚਲੋ ਮੈਂ ਸਵਾਗਤ ਕਰਦਾ ਨਿਸ਼ਾਨਦੇਹੀ ਨੂੰ, ਮੈਂ ਠੀਕ ਹੈ, ਮੈਂ ਐਪਲੀਕੇਸ਼ਨ ਦੇਣ ਵਾਲੇ ਨੂੰ ਵੀ ਗਲਤ ਨਹੀਂ ਕਹਿੰਦਾ। ਜੇ ਗ੍ਰਾਮ ਪੰਚਾਇਤ ਨੇ ਦਿੱਤੀ ਆ ਤਾਂ ਵੀ ਚੰਗੀ ਦਿੱਤੀ ਆ, ਜੇ ਹੋਰ ਕਿਸੇ ਪਾਸੇ ਬੰਦੇ ਨੇ ਦਿੱਤੀ ਆ ਤਾਂ ਵੀ ਚੰਗੀ ਦਿੱਤੀ ਆ। ਪਰ ਨਿਸ਼ਾਨਦੇਹੀ ਜਿਹੜੀ ਆ ਨਿਰਪੱਖ ਕਰਾਉਣ ਦਾ ਤਾਂ ਫਰਜ਼ ਬਣਦਾ ਸੀ ਨਾ। ਇਹ ਤਾਂ ਨਹੀਂ ਹੈਗਾ ਕਿ ਜੇ ਮੈਂ ਕਾਂਗਰਸ ਪਾਰਟੀ ਨਾਲ ਨਹੀਂ ਸੰਬੰਧ ਰੱਖਦਾ ਤਾਂ ਇਹਦਾ ਮਤਲਬ ਇਹ ਥੋੜਾ ਕਿ ਮੇਰੇ ਨਾਲ ਧੱਕਾ ਹੀ ਕਰਦੇ। ਕਿਸਾਨੀ ਸੰਘਰਸ਼ ਦਿੱਲੀ ਦੇ ਬਾਰਡਰਾਂ ਦੇ ਉੱਪਰ ਹਜੇ ਵੀ ਜਿਹੜਾ ਜਾਰੀ ਹੈ, ਉੱਥੇ ਹੀ ਦੂਸਰੀ ਤਰਫ ਕਿਸਾਨੀ ਸੰਘਰਸ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨਾਲ ਹਿੱਸੇਦਾਰੀ ਲੈਣ ਵਾਲੇ ਕਿਸਾਨਾਂ ਦੇ ਹੋਰ ਵੀ ਬਹੁਤ ਸਾਰੇ ਮਸਲੇ ਨੇ ਜਿਹੜੇ ਪੰਜਾਬ ਦੇ ਵਿੱਚ ਹੈਗੇ ਨੇ, ਜਿਹਨੂੰ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਾਂ ਕਹਿ ਸਕਦੇ ਹਾਂ ਨਾਕਾਮੀ ਹੈ ਕਿ ਜਿਹੜਾ ਹੱਲ ਨਹੀਂ ਕੀਤਾ ਜਾਂਦਾ। ਉੱਥੇ ਹੀ ਬਹੁਤ ਥਾਵਾਂ ਤੇ ਤੁਸੀਂ ਸੁਣਿਆ ਹੋਣਾ ਹੈ, ਪਈਆਂ ਦੇ ਰੌਲੇ ਅਕਸਰ ਹੀ ਜਿਹੜੇ ਅਖਬਾਰਾਂ ਦੇ ਵਿੱਚ ਇਹ ਖਬਰਾਂ ਛਪਦੀਆਂ ਰਹਿੰਦੀਆਂ ਨੇ ਕਿ ਨਿਸ਼ਾਨਦੇਹੀ ਕਿਸ ਤਰ੍ਹਾਂ ਹੋ ਗਈ, ਗਦੌਰੀ ਦਾ ਜਿਹੜਾ ਰੌਲਾ, ਤਾਂ ਉਹ ਵੀ ਜਿਹੜੇ ਤਮਾਮ ਤਹਿਸੀਲਦਾਰ ਕਾਨੂੰਗੋ ਜਿਹੜੇ ਵੀ ਇਹਦੇ 'ਚ ਆਫੀਸਰ ਨੇ, ਨੁਮਾਇੰਦਗੀ ਕਰਦੇ ਨੇ ਇਹਨਾਂ ਮਸਲਿਆਂ ਦੀ, ਤਾਂ ਅਕਸਰ ਸਵਾਲ ਉੱਠਦੇ ਰਹਿੰਦੇ ਨੇ ਉਹਨਾਂ ਦੇ ਉੱਪਰ, ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਕੰਮ ਦੇ ਉੱਪਰ ਅਕਸਰ ਹੀ ਪੰਚਾਇਤੀ ਜ਼ਮੀਨਾਂ ਦਾ ਵੀ ਜਾਏ ਇੱਕ ਵੱਡਾ ਵਿਵਾਦ ਹੈ। ਉਸੇ ਤਰ੍ਹਾਂ ਅੱਜ ਇੱਕ ਜਿਹੜੀ ਖਬਰ ਅਸੀਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ, ਇੱਕ ਪਈ ਦੇ ਮਸਲੇ ਦੇ ਨਾਲ ਜੁੜੀ ਹੋਈ ਹੈ, ਜੋ ਕਿ ਪਿੱਛੋਂ ਇਧਰੋਂ ਤੁਹਾਨੂੰ ਦਿਖਾਵਾਂਗੇ ਕਿ 3 ਕਰਮਾਂ ਦੀ ਜਿਹੜੀ ਪਈ ਆਉਣੀ ਸੀ। ਹਾਲਾਂਕਿ ਦੇਖ ਰਹੇ ਹੋਵੋਗੇ ਤੁਸੀਂ 3 ਕਰਮਾਂ ਰਹਿ ਨਹੀਂ ਗਈਆਂ, ਤੇ ਇਹ ਕਿਸਾਨ ਦੀ ਮੰਗ ਹੈ ਜਿਸ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਪਿੱਛੋਂ ਵੀ 3 ਕਰਮਾਂ ਦੀ ਪਈ ਆਉਣੀ ਚਾਹੀਦੀ ਹੈ, ਤੇ ਅੱਗੇ ਜਿਹੜੀ ਇਹਦੀ ਨਿਸ਼ਾਨਦੇਹੀ ਜ਼ਮੀਨ ਦੀ ਹੋਈ ਹੈ ਉਹਦਾ ਵੀ ਜਾਣਾਂਗੇ ਕੀ ਮਸਲਾ ਹੈ ਤੇ ਹੁਣ ਚਾਹੁੰਦੇ ਕੀ ਨੇ, ਪ੍ਰਸ਼ਾਸਨ ਤੋਂ ਕੀ ਚਾਹੁੰਦੇ ਨੇ। ਬਾਈ ਜੀ, ਕੀ ਮਸਲਾ ਪੂਰਾ ਜਿਹੜਾ ਇਹ ਪਈ ਦਾ ਮਸਲਾ ਰੌਲਾ ਕੀ ਹੈ ਜੀ? ਹੋਰ ਭਾਜੀ ਕੀ ਹਾਲ ਚਾਲ ਹੈ ਸਭ? ਮੇਰੇ ਨਾ 7 ਤਰੀਕ ਨੂੰ 7/6 ਨੂੰ ਮੈਂ ਇੱਕ ਤਹਿਸੀਲਦਾਰ ਸਾਹਿਬ ਦੇ ਦਰਖਾਸਤ ਦਿੱਤੀ ਸੀ ਕਿ ਸਾਡੇ ਪਿੰਡ ਇੱਕ ਨਿਸ਼ਾਨਦੇਹੀ ਹੋਈ ਹੈ ਜੀ। ਜਿਹੜੀ ਨਿਸ਼ਾਨਦੇਹੀ ਹੋਈ ਆ, ਉਹ ਜਦੋਂ ਨਿਸ਼ਾਨਦੇਹੀ ਹੋਈ ਸੀ ਇੱਕ ਉਸੇ ਤਰੀਕ ਤੋਂ ਹੀ ਮੈਨੂੰ ਸਵੇਰ 9:30 ਵਜੇ ਮੇਰੇ ਘਰੇ ਆ ਕੇ ਆਣ ਕੇ ਚੌਂਕੀਦਾਰ ਸਾਹਿਬ ਕਹਿੰਦੇ ਵੀ ਅੱਜ ਨਿਸ਼ਾਨਦੇਹੀ ਹੈਗੀ ਹੈ ਜੀ। ਮੈਂ ਕਿਹਾ ਚਲੋ, ਮੈਂ ਘਰੇ ਨਹੀਂ ਹੈਗਾ, ਮੇਰੇ ਪਰਿਵਾਰ ਨੇ ਮੈਨੂੰ ਫੋਨ ਕੀਤਾ, ਮੈਂ ਸ਼ਹਿਰ ਸੀਗਾ, ਕੋਈ ਸਾਨੂੰ ਪਹਿਲਾਂ ਮੌਕੇ ਤੇ ਦੱਸਿਆ ਨਹੀਂ ਗਿਆ। ਐਟ ਏ ਟਾਈਮ ਆਣ ਕੇ ਜੀ ਨਿਸ਼ਾਨਦੇਹੀ ਆ। ਮੈਂ ਸ਼ਹਿਰੋਂ ਵਾਪਸ ਆਇਆ, ਆਉਂਦਿਆਂ ਨੂੰ ਮੈਂ ਕਾਨੂੰਗੋ ਸਾਹਿਬ ਨੂੰ ਫੋਨ ਕੀਤਾ, ਮੈਂ ਕਾਨੂੰਗੋ ਸਾਹਿਬ ਮੈਂ ਹਾਜ਼ਰ ਹੋ ਗਿਆ, ਮੈਂ ਆ ਗਿਆ ਤੇ ਦੱਸੋ ਮੈਂ ਮੋਟਰ ਤੇ ਬੈਠਾ ਹਾਂ। ਤੇ ਕਾਨੂੰਗੋ ਸਾਹਿਬ ਨੇ ਮੈਨੂੰ ਕਿਹਾ ਵੀ ਚਲੋ ਅਸੀਂ ਨਿਸ਼ਾਨਦੇਹੀ ਸ਼ੁਰੂ ਕਰ ਚੁੱਕੇ ਹਾਂ, ਪੱਥਰ ਖਿੱਚ ਕੇ ਲੈ ਆਏ ਹਾਂ। ਤੇ ਮੈਂ ਕਿਹਾ ਚਲੋ ਧੰਨਵਾਦ ਜੀ। ਪਰ ਮੈਂ ਕਾਨੂੰਗੋ ਸਾਹਿਬ ਨੂੰ ਇੱਕ ਦਲੀਲ ਤੋਂ ਕਹਿ ਦੋ ਕਿ ਇੱਕ ਰਿਕਵੈਸਟ ਕੀਤੀ, ਕਾਨੂੰਗੋ ਸਾਹਿਬ ਇਹ ਜਿਹੜਾ ਹਲਕਾ ਜਾਂਦਾ ਰਸਤਾ ਜਾਂਦਾ ਇਹ ਗ੍ਰਾਮ ਪੰਚਾਇਤ ਹੋਲਾਂ ਵਾਲੀ ਦੀ ਹੱਦ ਦੇ ਨਾਲ ਜਾ ਕੇ ਲੱਗ ਜਾਂਦਾ, ਸ਼ਹਿ ਜਾਂਦਾ ਵੀ ਉਸ ਰਕਬੇ ਦੇ ਵਿੱਚ ਲੱਗ ਜਾਂਦਾ ਜਾ ਕੇ ਨਾਲ ਟੱਚ। ਤੇ ਜਦੋਂ 2 ਹਲਕਿਆਂ ਦੀ ਹੱਦਬੰਦੀ ਹੁੰਦੀ ਹੋਵੇ, ਉੱਥੇ ਦੂਜੇ ਹੀ ਮਤਲਬ ਕਿ ਹਲਕੇ ਦਾ ਮਤਲਬ ਕਿ ਜੀਰਾ ਤਹਿਸੀਲ ਪੈਂਦੀ ਆ, ਉੱਥੋਂ ਦਾ ਕਾਨੂੰਗੋ ਪਟਵਾਰੀ ਪਿੰਡ ਹੋਲਾਂ ਵਾਲੀ ਦਾ ਹੋਣਾ ਜ਼ਰੂਰੀ ਸੀ। ਜੇ ਉਹ ਨਹੀਂ ਆਏ ਤਾਂ ਉੱਥੋਂ ਦਾ ਗ੍ਰਾਮ ਪੰਚਾਇਤ ਦਾ ਸਰਪੰਚ ਹੋਣਾ ਜ਼ਰੂਰੀ ਸੀ, ਕਿਉਂਕਿ ਜਿਹੜੀ ਪਈ ਆ ਮੈਨੂੰ ਸ਼ੱਕ ਆ ਵੀ ਉਹ ਕਿਸੇ ਇਸ ਪਾਸੇ ਵੀ ਹੋ ਸਕਦੀ ਆ, ਕਿਤੇ ਇੱਧਰ ਵੀ ਹੋ ਸਕਦੀ, ਕਿਉਂਕਿ ਇਹ ਪਈ ਜਿਹੜੀ ਆ ਮੈਂ ਤਾਂ ਇੱਥੋਂ ਤੱਕ ਹੀ ਵੇਖੀ ਆ। ਵੇਖੋ ਕਿੱਡੀਆਂ ਟਾਹਲੀਆਂ ਪਈ ਦੇ ਵਿੱਚ ਆ ਗਈਆਂ, ਮਤਲਬ 25 ਸਾਲ ਤੋਂ ਇਹ ਪਈ ਜਿਹੜੀ ਆ ਬੇਵੰਦ ਪਈ। ਇਹ ਜ਼ਮੀਨ ਸੀ ਇਹਦੇ ਵਿੱਚ ਜਿਹੜੀ ਸਾਡੇ ਫਾਦਰ ਸਾਹਿਬ ਨੇ ਖਰੀਦ ਲਈ ਸੀ, ਇਹ ਗਾਂ ਹਲਕੇ ਨੂੰ ਰਕਬੇ ਨੂੰ ਜਾਂਦੀ ਸੀ ਜ਼ਮੀਨ, ਉਹ ਖਰੀਦ ਕੇ ਅਸੀਂ ਇਹ ਪਈ ਮੇਰੀ ਪੈਲੀ 'ਚੋਂ ਸ਼ੁਰੂ ਹੁੰਦੀ ਹੈ। ਇੱਧਰ ਵੇਖੋ 2 ਪਾਸੇ ਮੇਰੀ ਜ਼ਮੀਨ ਹੈ ਜੀ, ਮੇਰੀ ਜ਼ਮੀਨ ਦੇ ਵਿੱਚ ਹੀ ਗਾਂ ਜਾਂਦੀ ਹੈ, ਨਾਲ ਹੋਲਾਂ ਵਾਲੀ ਦੀ ਹੱਦ ਟੱਚ ਕਰਕੇ ਖਤਮ ਹੋ ਜਾਂਦੀ ਹੈ ਉਹ ਹਲਕਾ। ਇੱਧਰਲੀ ਸਾਈਡ ਵੀ ਤੁਹਾਡੀ ਜ਼ਮੀਨ ਹੈ, ਇੱਧਰ ਵੀ ਤੇ ਖਰੀਦੀ ਆ, ਇਹ ਮੇਰੀ ਜ਼ਮੀਨ ਹੈ ਜੀ। ਸਿੱਧੀ ਇਹ ਹਲਕੇ ਦੇ ਵਿੱਚ ਨਾਲ ਜਾ ਕੇ ਮੇਰੇ ਖੇਤਾਂ ਦੇ ਵਿੱਚੋਂ ਘੁੰਮ ਕੇ ਹੋਲਾਂ ਵਾਲੀ ਨੂੰ ਟੱਚ ਹੋ ਕੇ ਰਕਬੇ ਨੂੰ ਉੱਥੇ ਹੀ ਖਤਮ ਹੋ ਜਾਂਦੀ ਹੈ। ਤੇ ਮੈਂ ਉਹਨੂੰ ਕਹਿੰਦੇ ਕਾਨੂੰਗੋ ਸਾਹਿਬ ਨੂੰ ਰਿਕਵੈਸਟ ਕੀਤੀ ਕਿ ਹੋਲਾਂ ਵਾਲੀ ਦਾ ਸਰਪੰਚ ਕਾਨੂੰਗੋ ਹੋਣਾ ਜ਼ਰੂਰੀ ਆ। ਉਹਨਾਂ ਨੇ ਆਖਿਆ ਕੋਈ ਗੱਲ ਨਹੀਂ, ਮੈਂ ਆਪੇ ਵੇਖ ਲਾਂਗਾ। ਮੇਰੇ ਕੋਲੇ ਮੈਂ ਅਗਲੇ ਦਿਨ ਸਰਪੰਚ ਕੋਲੇ ਗਿਆ ਹੋਲਾਂ ਵਾਲੀ ਦੇ, ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਦੱਸਿਆ ਗਿਆ, ਤੁਹਾਨੂੰ ਕੋਈ ਤਲਾਹ ਦਿੱਤੀ ਗਈ?
ਉਹਦੇ ਨਾਂ ਸਾਨੂੰ ਕੋਈ ਤਲਾਹ ਦਿੱਤੀ ਗਈ ਆ, ਗ੍ਰਾਮ ਪੰਚਾਇਤ ਦੀ ਲੈਟਰ ਪੈਡ ਤੇ ਉਹਨਾਂ ਨੇ ਲਿਖ ਕੇ ਮੈਨੂੰ ਦਿੱਤਾ, ਨਾ ਹੀ ਸਾਡੇ ਮੌਕੇ ਤੇ ਕਾਨੂੰਗੋ ਪਟਵਾਰੀ ਨੂੰ ਦਿੱਤੀ ਗਈ ਆ। ਇਹ ਜਮਾਬੰਦੀ ਦੇ ਵਿੱਚ ਰਿਕਾਰਡ ਹੈਗਾ ਕਿ ਅਗਲੇ ਪਿੰਡ ਦੀ ਹੱਦ ਨਾਲ ਉਹ ਟੱਚ ਹੋ ਰਹੀ ਹੈ ਜਾ ਕੇ ਵੀ? ਨਕਸ਼ੇ ਤੇ ਹੁੰਦੀ ਆ ਜੀ, ਜਿਹੜਾ ਆਪਣਾ ਨਕਸ਼ਾ ਸ਼ਜਰਾ ਹੁੰਦਾ ਉਹਦੇ ਨਾਲ ਦੂਜਾ ਹਲਕਾ ਦੇ ਮੁਰੱਬੇ ਸ਼ੁਰੂ ਹੋ ਜਾਂਦੇ ਆ। ਸਾਰੀ ਗੱਲ ਉਹ ਵਿਖਾਈ ਗਈ, ਮੈਂ ਮੌਕੇ ਤੇ ਇਹਨਾਂ ਨੂੰ ਦੱਸਿਆ ਗਿਆ। ਫਿਰ ਇਹ ਮੈਨੂੰ ਸਿਰਫ ਇੱਕ ਅਸੀਂ ਹੁਣ ਤੁਸੀਂ ਦੱਸੋ ਵੀ ਸਾਨੂੰ 3 ਮਹੀਨੇ ਤੋਂ ਹੋ ਗਏ ਉੱਥੇ ਬੈਠਿਆਂ ਨੂੰ ਦਿੱਲੀ। ਮੈਂ ਟਿੱਕਰੀ ਬਾਰਡਰ ਤੇ ਐਜ ਸਟੇਜ ਤੇ ਵਰਕ ਕਰਦਾ ਪਿਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ। ਹੁਣ ਜਦੋਂ ਮੈਨੂੰ ਉਹਨੂੰ ਕਹਿੰਦੇ ਹੁਣ ਸਾਨੂੰ ਇੱਧਰ ਸਰਕਾਰ ਖੱਜਲ ਖਰਾਬ ਕਰਨ ਦੀ, ਮੈਂ ਕਾਨੂੰਗੋ ਸਾਹਿਬ ਨੂੰ ਪੁੱਛਿਆ, ਮੈਂ ਕਾਨੂੰਗੋ ਸਾਹਿਬ ਸੱਦਿਆ ਪਟਵਾਰੀ ਨੂੰ ਮੌਕੇ ਤੇ, ਆਂਦਾ ਲਾਗੀਆਂ ਨੇ ਲਾਗ ਲੈਣਾ, ਸਾਨੂੰ ਇੱਥੇ ਕਿਹੜੀ ਗੱਲ ਦੀ ਲੋੜ ਹੈਗੀ ਆ। ਮੈਂ ਕਾਨੂੰਗੋ ਸਾਹਿਬ ਮੌਕੇ ਤੇ ਕਾਨੂੰਗੋ ਉਹਨਾਂ ਦੇ ਪਟਵਾਰੀ ਨੂੰ ਸੱਦਣਾ ਜ਼ਰੂਰੀ ਆ। ਜਿਹੜੀ ਆ ਅਮਰਜੀਤ ਸਿੰਘ ਦੀ ਪੈਲੀ ਆ ਹੈ ਕਰਮੂ ਵਾਲੇ ਦੀ ਹੈਗਾ, ਉਹਦਾ ਮੈਨੂੰ ਵੀ ਨਹੀਂ ਦੱਸਿਆ ਹੈਗਾ। ਇੰਨੇ ਰਕਬੇ ਦੀ ਨਿਸ਼ਾਨਦੀ ਹੋਈ ਆ, ਕਿੱਥੋਂ ਲੈ ਕੇ ਕਿੱਥੋਂ ਤੱਕ ਹੋਈ? ਸਿਰਫ ਆ ਜਿੱਥੇ ਆਪਾਂ ਖੜੇ ਹੈਗੇ ਆ ਇੱਥੋਂ ਲੈ ਕੇ ਤੇ ਮੇਰੀ ਪੈਲੀ ਤੱਕ ਹੀ ਹੋਈ ਹੈ, ਜਾਂ ਗਾਂਹੋਲਾਂ ਦੀ ਹੱਦ। ਪਿੱਛੋਂ ਕਿਸੇ ਦਾ ਰਸਤਾ 2 ਕਰਮਾਂ ਛੱਡ ਕੇ ਆ, ਕਿਸੇ ਦਾ 2 ਕਨਾਲਾਂ ਛੱਡ ਕੇ ਆ, ਕੋਈ 2 ਕਨਾਲਾਂ ਛੱਡ ਕੇ, ਭਾਈ ਕਿਸੇ ਨੇ 2 ਕਰਮਾਂ ਛੱਡਿਆ, ਕਿਸੇ ਨੇ 1.5। ਮੈਂ ਨਾ ਜੇ ਗ੍ਰਾਮ ਪੰਚਾਇਤ ਨੇ ਚਾਹੇ ਕਿਸੇ ਨੇ ਵੀ ਨਿਸ਼ਾਨਦੇਹੀ ਕਰਾਈ ਆ, ਮੈਂ ਉਹਦੇ ਨਾਲ ਬਿਲਕੁਲ ਸਹਿਮਤ ਆ, ਕੋਈ ਚੱਕਰ ਨਹੀਂ, ਮੈਨੂੰ ਵੀ ਨਿਸ਼ਾਨਦੇਹੀ ਕਰਾਈ ਆ, ਚਲੋ ਹੋਣੀ ਚਾਹੀਦੀ ਆ, ਰਾਹ ਹੈਗੇ ਆ ਤੇ ਛੱਡਣੇ ਉਹ ਕਿਸੇ ਦੀ ਕੋਈ ਮਾਲਕੀ ਥੋੜਾ ਹੈਗੀ। ਪਰ ਜਿੰਨੀ ਵੀ ਤੁਸੀਂ ਇਹ ਜਿਹੜੀ ਨਿਸ਼ਾਨਦੇਹੀ ਚ ਤੁਹਾਡੀ ਜ਼ਮੀਨ ਚੋਂ ਇਹ ਪਈ ਨਿਕਲਿਆ ਜਾਂ ਸਰਕਾਰ ਦੇ ਸਰਕਾਰੀ ਰਿਕਾਰਡ ਦੇ ਵਿੱਚ, ਕੀ ਤੁਸੀਂ ਇਹ ਛੱਡਣ ਨੂੰ ਤਿਆਰ ਆ? ਹਾਂ ਜੀ, ਮੈਂ ਨਾ ਹੀ ਇਹਨੂੰ ਵਾਵਾਂਗਾ। ਅਗਲੇ ਪਾਸੇ ਮੇਰੇ ਉਹ ਵੇਖ ਲਓ ਵੱਟਾਂ ਪਾਈਆਂ ਹੋਈਆਂ, ਮੈਂ ਨਾ ਹੀ ਵਾਵਾਂਗਾ, ਉਵੇਂ ਦੀਆਂ ਉਵੇਂ ਰਹਿਣਗੀਆਂ। ਠੀਕ ਹੈ, ਜਿੱਥੇ ਰਸਤਾ ਹੈਗਾ ਛੱਡਿਆ, ਮੈਂ ਰਸਤੇ ਨੂੰ ਕੀ ਕਰਨਾ ਹੈਗਾ ਜੀ। ਠੀਕ ਹੈ, ਜੇ ਜ਼ਮੀਨ ਹੈਗੀ ਸਾਨੂੰ ਤਾਂ ਅਸੀਂ ਰਿਕਾਰਡ 'ਚ ਜ਼ਰੂਰ ਵੇਖ ਲੈਂਦੇ, ਪਰ ਮੈਂ ਕਾਂਗਰਸ ਪਾਰਟੀ ਨਾਲ ਨਹੀਂ ਸੰਬੰਧ ਰੱਖਦਾ ਜੀ। ਮੈਨੂੰ ਟਾਰਗੇਟ ਕੀਤਾ ਜਾ ਰਿਹਾ, ਮੈਨੂੰ ਧਮਕੀਆਂ ਦਿੱਤੀਆਂ। ਉਹ ਸਾਡਾ ਰਾਜੀਨਾਮਾ ਇੱਕ ਹੋ ਗਿਆ, ਇੱਕ ਸਾਡਾ ਰਾਜੀਨਾਮਾ ਉਹਨਾਂ ਨੇ ਐਸਐਚਓ ਸਾਹਿਬ ਨੇ ਕਰਾਇਆ। ਪਰ ਮੈਨੂੰ ਇੱਕ ਗੱਲ ਦੱਸੋ ਜੀ, ਹੁਣ ਮੈਂ 20 ਤਰੀਕ ਨੂੰ ਸਾਡੀ ਡਿਊਟੀ ਉੱਥੇ ਬਾਰਡਰ ਤੇ, ਮੈਂ ਇੱਥੋਂ ਦਾ ਕੰਜਰ ਕਲੇਸ਼ ਨਿਬੇੜਾਂ ਕਿ ਉੱਥੇ ਬਾਰਡਰਾਂ ਤੇ ਜਾ ਕੇ ਬੈਠਾਂਗੇ, ਆਪਦਾ ਝੋਨੇ ਦੀ ਆ ਗਈ ਆ ਬੀਜਾ ਝੋਨਾ ਫਿਰ ਲਾਵਾਂ। ਰੌਲਾ ਹੈ ਕਿੱਥੇ ਆ, ਮਸਲਾ ਹੈ ਕਿੱਥੇ ਆ? ਪ੍ਰਸ਼ਾਸਨ ਤੋਂ ਮੰਗ ਕੀ ਹੈ ਵੀ ਇੱਧਰ ਤੁਹਾਡੀ ਜ਼ਮੀਨ ਦੇ ਵਿੱਚ ਪਈ ਨਿਕਲੀ, ਉਹ ਤੁਸੀਂ ਛੱਡਤੀ, ਤੇ ਇਸ ਪਈ ਨੂੰ ਲੈ ਕੇ ਤੁਹਾਡਾ ਕੀ ਰੌਲਾ ਇੱਥੇ? ਮੇਰਾ ਇਹ ਰੌਲਾ ਹੈਗਾ ਕਿ ਜਿਹੜਾ ਉਹਨੂੰ ਕਹਿੰਦੇ ਪਿੱਛੋਂ ਰਾਹ ਆਉਂਦਾ ਪਿੰਡ ਤੋਂ ਕੱਚ ਕੇ ਲਿਆਂਦਾ ਜਾਵੇ, ਸਾਰਾ 5 ਕਰਮਾਂ ਦੀ ਪਈ ਆਉਂਦੀ ਆ, ਜਿੱਥੇ ਜਿੱਥੇ ਰਾਹ ਆਉਂਦਾ ਉੱਥੇ ਉੱਥੇ ਛੱਡ ਦਿੱਤਾ ਜਾਵੇ। ਤੇ ਉਸ ਦੇ ਲਈ ਤੁਸੀਂ ਕੋਈ ਦਰਖਾਸਤ ਵਗੈਰਾ ਜਾਂ ਕੋਈ ਐਪਲੀਕੇਸ਼ਨ ਦਿੱਤੀ ਹੈ? ਮੈਂ ਜੀ ਵੇਖੋ ਕਾਨੂੰਗੋ ਤਹਿਸੀਲਦਾਰ ਸਾਹਿਬ ਦੇ ਉਸੇ ਦਿਨ ਇਸੇ ਨਿਸ਼ਾਨਦੇਹੀ ਨੂੰ ਕੈਂਸਲੇਸ਼ਨ ਦੀ ਕਹਿਤਾ ਸੀ ਵੀ ਤਹਿਸੀਲਦਾਰ ਸਾਹਿਬ ਇਹ ਨਿਸ਼ਾਨਦੇਹੀ ਨੂੰ ਕੈਂਸਲ ਕਰ ਦਿੱਤਾ ਜਾਵੇ। ਠੀਕ ਹੈ ਨਾ, ਗ੍ਰਾਮ ਪੰਚਾਇਤ ਨੇ ਕਰਾਈ ਆ ਚਾਹੇ ਕਿਸੇ ਪ੍ਰਾਈਵੇਟ ਨੇ, ਕੁਛ ਦੂਰਬੀਨ ਨਾਲ ਕਰਾਈ ਗਈ ਆ, ਜਿੰਦੇ ਨਾਲ ਵੀ ਕਰਾਈ ਗਈ ਆ, ਉਹਨਾਂ ਨੂੰ ਕਹਿੰਦੇ ਖਰਚਾ ਤਾਂ ਦਿੱਤਾ ਹੋਏਗਾ, ਕਿਉਂ ਵੇਸਟ ਮਨੀ ਕਰ ਰਹੇ ਆ? ਜੇ ਗ੍ਰਾਮ ਪੰਚਾਇਤ ਨੇ ਕਰਾਈ ਆ, ਗ੍ਰਾਮ ਪੰਚਾਇਤ ਕਿਉਂ ਪੈਸਾ ਖਰਚ ਕਰ ਰਿਹਾ? ਉਸੇ ਦਿਨ 'ਚ ਉਸੇ ਪੈਸਿਆਂ ਦੇ ਵਿੱਚ ਹੀ ਸਾਰੀ ਨਿਸ਼ਾਨਦੇਹੀ ਸਾਰੇ ਰਕਬੇ ਦੀ ਰਾਹ ਦੀ ਹੋ ਜਾਣੀ ਸੀ। ਫਿਰ ਜੇ ਅਗਲੇ ਅਗਾਸੇ ਹਲਕਾ ਲੱਗਦਾ ਹੈ ਤਾਂ ਆਪਾਂ ਨੂੰ ਕੀ ਤਕਲੀਫ ਸੀ ਉਸ ਕਾਨੂੰਗੋ ਪਟਵਾਰੀ ਨੂੰ ਸੱਦਣ ਦੀ, ਨਾ ਸੱਦਦੇ। ਹੁਣ ਜੇ ਉਹਨਾਂ ਨੂੰ ਮੌਕੇ ਤੇ ਹੁੰਦੇ, ਜਿਹੜੀ ਆ ਸਾਡੀ ਪਈ ਦਾ ਸਾਰਾ ਰੌਲਾ ਸਪਸ਼ਟ ਰੂਪ 'ਚ ਨਿਬੜ ਜਾਂਦਾ। ਜੇ ਹੁਣ ਉਹਨੂੰ ਕਹਿੰਦੇ ਨਾ ਸਾਡਾ ਕੋਈ ਰੌਲਾ ਨਿਬੜਿਆ, ਬਿਲਕੁਲ ਫਰੀ ਦੀ ਮਕਾਲ ਦਾ ਸਿਲਸਿਲਾ ਬਣ ਗਿਆ। ਠੀਕ ਹੈ ਨਾ, ਉਹ ਮੇਰੇ ਖੇਤਾਂ 'ਚੋਂ ਸ਼ੁਰੂ ਹੁੰਦੀ ਆ, ਵੇਖ ਲਓ ਇੱਥੋਂ, ਤੇ ਮੇਰੇ ਖੇਤਾਂ ਹੀ ਪੈਲੀ ਗਾਂ ਹਲਾਈ ਦੀ ਹੱਦ ਨਾਲ ਲੱਗੇ, ਗੱਲਾਂ ਖਤਮ ਹੋ ਜਾਂਦੀ ਆ। ਇਹ ਮੰਗ ਕਿ ਜਿਹੜੀ ਨਿਸ਼ਾਨਦੇਹੀ ਹੋਈ ਆ, ਇਹਦੀ ਮੰਗ ਕਿਹਨੇ ਕੀਤੀ ਸੀ? ਅਗਲੇ ਕਿਸਾਨ ਨੇ ਜੋ ਅੱਗੇ ਜਿਨ੍ਹਾਂ ਦੀ ਜ਼ਮੀਨ ਹੈ ਉਹਨਾਂ ਦੇ ਵੱਲੋਂ? ਅੱਗੇ ਕਿਸੇ ਦੀ ਕੋਈ ਜ਼ਮੀਨ ਨਹੀਂ ਹੈਗੀ ਜੀ, ਅੱਗੇ ਕੋਈ ਰਕਬਾ ਕਹਿੰਦੇ ਆ, ਕੋਈ ਇਹਦੀ ਤਕਸੀਮ ਨਹੀਂ ਹੋਈ। ਪਰ ਜੋ ਕਾਗਜ਼ਾਂ 'ਚ ਅੱਜ ਤੱਕ ਮਾਲਕੀ ਆ ਉਹ ਸਿਰਫ ਮੇਰੀ ਜ਼ਮੀਨ 'ਚੋਂ ਸ਼ੁਰੂ ਹੋ ਕੇ ਮੇਰੀ ਜ਼ਮੀਨ 'ਚ ਹੀ ਖਤਮ ਹੁੰਦੀ ਪਈ ਆ, ਜੋ ਅੱਜ ਤੱਕ। ਕਿੰਨੇ ਲੰਬੇ ਸਮੇਂ ਤੋਂ ਰਹੇ ਹੋ ਇਸ ਇਹ ਤਾਂ ਮੈਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਹੀ ਹੈਗਾ ਕਰਕੇ ਇੱਥੇ ਹੈਗੀ ਸੀ, ਕਿਉਂਕਿ ਜਦੋਂ ਅਸੀਂ ਜ਼ਮੀਨ ਜਿਹੜੀ ਸੀ ਅੱਗੇ ਜਿਹੜੀ ਨਾਲ ਲੱਗਦੀ ਇਸ ਪਈ ਦੇ, ਅਸੀਂ ਮੇਰੇ ਫਾਦਰ ਸਾਹਿਬ ਨੇ ਮੁੱਲ ਖਰੀਦ ਲਈ ਸੀ, ਤੇ ਜਦੋਂ ਆਪਾਂ ਜ਼ਮੀਨ ਖਰੀਦਦੇ ਹੁੰਦੇ ਤੇ ਰਸਤਾ ਰਸਤਾ ਟਿਊਬਵੈਲ ਕਨੈਕਸ਼ਨ ਸਭ ਕੁਝ ਲਿਖਿਆ ਹੁੰਦਾ। ਠੀਕ ਹੈ ਨਾ, ਜਦੋਂ ਜਿਹੜੀ ਜ਼ਮੀਨ ਹੀ ਅਸੀਂ ਖਰੀਦ ਲਈ ਹੁੰਦਾ ਕਰਕੇ, ਤੇ ਫਿਰ ਉਹ ਜਿਹੜਾ ਉਹਨੂੰ ਕਹਿੰਦੇ ਪਈ ਦਾ ਉੱਥੇ ਰੌਲਾ ਹੀ ਕੋਈ ਨਹੀਂ ਰਹਿ ਗਿਆ। ਚਲੋ ਜੇ ਕਿਸੇ ਨੂੰ ਠੀਕ ਹੁੰਦੀ ਜ਼ਰੂਰਤ ਆ, ਨਿਸ਼ਾਨਦੇਹੀ ਕਰਵਾਈ ਆ, ਤਾਂ ਮੈਂ ਉਹਦਾ ਸਵਾਗਤ ਕਰਦਾ, ਕੋਈ ਮੈਂ ਮਾੜੀ ਗੱਲ ਨਹੀਂ ਕਰਦਾ। ਪਰ ਤੁਹਾਡੀ ਮੰਗ, ਮੌਜੂਦਾ ਮੰਗ ਕੀ ਹੈ ਕਿ ਉਹ ਨਿਸ਼ਾਨਦੇਹੀ ਹੋਗੀ ਵੀ ਇਹਦੀ ਨਿਸ਼ਾਨਦੇਹੀ ਦੇ ਕਾਨੂੰਗੋ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੌਕੇ ਤੇ ਉਹਨੂੰ ਮੈਂ ਕਿਹਾ, ਮੇਰੇ ਕੋਲ ਫੋਨ ਕਾਲ ਨੇ ਹੁੰਦੀਆਂ ਰਿਕਾਰਡਿੰਗ, ਮੈਂ ਉਹਨੂੰ ਕਿਹਾ ਕਿ ਕਾਨੂੰਗੋ ਸਾਹਿਬ ਤੁਸੀਂ ਇਹ ਨਿਸ਼ਾਨਦੇਹੀ ਨਹੀਂ ਕਰਵਾਦੇ, ਕਿ ਹਲਕੇ ਦੇ ਕਾਨੂੰਗੋ ਪਟਵਾਰੀ ਨੂੰ ਸੱਦੋ, ਜੀਰੇ ਦੇ ਉਥੋਂ ਦੇ ਹਿਓਲਾ ਵਾਲੀ ਦੇ ਸਰਪੰਚ ਨੂੰ ਵੀ ਕੋਈ ਨਹੀਂ ਪਤਾ ਹੈਗਾ, ਉਹਦਾ ਵੀ ਮੈਂ ਸਬੂਤ ਨਾਲ ਲਾ ਕੇ ਐਪਲੀਕੇਸ਼ਨ ਦਿੱਤੀ ਹੋਈ ਆ ਤਹਿਸੀਲਦਾਰ ਨੂੰ, ਕੋਈ ਹਜੇ ਤੱਕ ਕਾਰਵਾਈ ਨਹੀਂ ਹੋਈ ਉਹਦੇ ਤੇ। ਸਿਰਫ ਮੈਂ ਇੱਕ ਅਕਾਲੀ ਕਹਿ ਦੋ, ਮੈਂ ਸਿਰਫ ਉਹਨੂੰ ਕਹਿੰਦੇ ਕਿਸਾਨ ਯੂਨੀਅਨ ਨੇਤਾ ਹੋਣ ਕਰਕੇ ਕਹਿ ਦੋ, ਜਾਂ ਮੈਂ ਕਾਂਗਰਸ ਪਾਰਟੀ ਨਾਲ ਰਿਲੇਟਡ ਨਹੀਂ ਹੋ ਗਏ ਕਰਕੇ ਸਿਰਫ ਮੈਨੂੰ ਹੀ ਟਾਰਗੇਟ ਕੀਤਾ ਜਾ ਰਿਹਾ, ਮੇਰੇ ਪਰਿਵਾਰ ਨੂੰ ਹੀ ਟਾਰਗੇਟ ਕੀਤਾ ਜਾਂਦਾ। ਇਹ ਤੁਹਾਡੇ ਸਾਹਮਣੇ ਆ, ਵੇਖੋ ਮੇਰੀ ਜ਼ਮੀਨ 'ਚੋਂ ਪੈਲੀ ਸ਼ੁਰੂ ਹੁੰਦੀ ਆ ਭਾਈ, ਤੇ ਮੇਰੀ ਪੈਲੀ 'ਚ ਉਹਦੀ ਨਿਸ਼ਾਨਦੇਹੀ ਆ, ਤੇ ਜਿਹੜੀ ਪਿੱਛੇ ਆ ਉਹਦੀ ਕੋਈ ਨਿਸ਼ਾਨਦੇਹੀ ਨਹੀਂ। ਤੇ ਹੁਣ ਇਹਦੇ ਲਈ ਜਿਹੜੀ ਤੁਸੀਂ ਐਪਲੀਕੇਸ਼ਨ ਦਿੱਤੀ ਆ, ਕੀ ਜਵਾਬ ਅੱਗੋਂ ਆਇਆ ਪ੍ਰਸ਼ਾਸਨ ਜਵਾਬ ਨਹੀਂ ਹੁੰਦਾ ਪ੍ਰਸ਼ਾਸਨ ਦਾ। ਸੋਮਵਾਰ ਮੈਂ ਡੀਸੀ ਸਾਹਿਬ ਦੇ ਪੇਸ਼ ਹੋ ਕੇ ਸਾਰੇ ਪੁਖਤਾ ਸਬੂਤ ਜਿਹੜੇ ਆ ਕਾਨੂੰਗੋ ਦੇ ਖਿਲਾਫ, ਪੁਖਤਾ ਸਬੂਤ ਮੇਰੇ ਕੋਲ ਆ, ਮੈਂ ਪੇਸ਼ ਕਰਾਂਗਾ। ਕਿ ਕਾਨੂੰਗੋ ਸਾਹਿਬ ਨੂੰ ਮੈਂ ਕਿਹਾ ਵੀ ਸੀ ਕਿ ਮੌਕੇ ਤੇ ਉਹਨਾਂ ਦਾ ਹਾਜ਼ਰ ਹੋਣਾ ਜ਼ਰੂਰੀ ਆ। ਉਹ ਨਾ ਉੱਥੋਂ ਦਾ ਕੋਈ ਕਾਨੂੰਗੋ ਆਇਆ ਹੋਲਾਂ ਵਾਲੀ ਦਾ, ਨਾ ਕੋਈ ਨੰਬਰਦਾਰ ਆਇਆ, ਨਾ ਕੋਈ ਉਹਨਾਂ ਦਾ ਸਰਪੰਚ ਆਇਆ,
ਕੋਈ ਨਹੀਂ ਆਇਆ, ਸਿਰਫ ਇੱਕ ਤਰਫਾ ਨਿਸ਼ਾਨਦੇਹੀ ਕਰਕੇ ਬਸ ਮੈਂ ਆਇਆ ਮੌਕੇ ਤੇ ਵੇਖਿਆ, ਜਦੋਂ ਮੈਨੂੰ ਪਤਾ ਲੱਗਾ ਕਿ ਨਹੀਂ ਸਪਸ਼ਟ ਰੂਪ 'ਚ ਨਿਸ਼ਾਨਦੇਹੀ ਹੋਈ ਕਾਨੂੰਨ, ਮੈਂ ਫਿਰ ਇੱਥੇ ਖੜ ਕੇ ਕੀ ਕਰਨਾ ਸੀ। ਉਹਦੇ ਵਿੱਚ ਇਹੋ ਜਿਹੇ ਬੰਦਿਆਂ ਨੇ ਵੀ ਸਾਈਨ ਕੀਤੇ ਜਿਹੜੇ ਆਪ 4-4 ਕਿੱਲੇ ਪਈ ਵਾਈ ਬੈਠੇ ਆ ਆਪ ਜਾਣ ਕਰਕੇ। ਮੈਂ ਤਾਂ ਨਿਆਂ ਦੇਣ ਨੂੰ ਤਿਆਰ ਆ ਤੇ ਨਿਆਂ ਲਓ। ਮੈਂ ਤਾਂ ਨਾ ਜਿੱਥੇ ਪਈ ਹੈਗੀ ਛੱਡੋ, ਜਿੰਦੀ ਪਈ ਹੈਗੀ ਛੱਡੋ। ਮੈਂ ਤਾਂ ਵਾਹੁੰਦਾ ਹੀ ਨਹੀਂ, ਮੈਂ ਤਾਂ ਕਹਿਦਾ ਅੱਜ ਕਮਿਟਮੈਂਟ ਕਰਦਾ ਕਿ ਉਹ ਪਈ ਆ, ਮੈਂ ਤਾਂ ਵਾਹੁੰਦਾ ਹੀ ਨਹੀਂ ਗਾ ਕਰਕੇ। ਮੈਨੂੰ ਕੀ ਆ, ਮੇਰੇ ਕੋਲ ਆਪਦੀ ਮਾਲਕੀ ਜ਼ਮੀਨ ਆ, ਮੈਂ ਆਪ ਕਿਸਾਨ ਆ ਛੋਟਾ ਜਿਹਾ, ਠੀਕ ਆ। ਮੈਨੂੰ ਕੀ ਲੋੜ ਹੈਗੀ ਆ ਵੀ ਕਿਸੇ ਇਹੋ ਜਿਹੇ ਫਰੀ ਦੇ ਝੰਜਟਾਂ ਵਿੱਚ ਪੈਣ ਦੀ, ਠੀਕ ਆ। ਮੈਂ ਤਾਂ ਹੀ ਕਹਿਣਾ ਕਿ ਸਾਡੇ ਜਿਹੜੇ ਰੌਲੇ ਆ ਨਾ ਇਹਨਾਂ ਨੂੰ ਵਧਾਇਆ ਨਾ ਜਾਵੇ, ਠੀਕ। ਰਾਤੋਂ ਰਾਤ ਐਪਲੀਕੇਸ਼ਨ ਦੇ ਕੇ ਰਾਤੋਂ ਰਾਤ ਹੀ ਪਤਾ ਨਹੀਂ ਕੀ ਹਨੇਰੀ ਆ ਗਈ ਕਿ DDPO ਨੂੰ BDO ਨੂੰ ਇਹਨਾਂ ਪੰਚਾਇਤ ਸੈਕਟਰੀ ਨੂੰ ਵਿੱਚ ਇੰਟਰਫੇਅਰ ਕਰਕੇ ਦੇ ਇੱਕ ਦਰਖਾਸਤ ਤੇ ਉਹਦੇ ਵਿੱਚ ਮਤਾ ਪਾ ਕੇ 2-3 ਦਿਨਾਂ ਦੇ ਵਿੱਚ ਹੀ ਰਾਤ ਪਤਾ ਨਹੀਂ ਕੀ ਇੱਥੋਂ ਵੀ ਲੰਘਾਉਣਾ ਸੀਗਾ, ਦੱਸ ਦਿਓ, ਠੀਕ। ਚਲੋ ਮੈਂ ਸਵਾਗਤ ਕਰਦਾ ਨਿਸ਼ਾਨਦੇਹੀ ਨੂੰ, ਮੈਂ ਠੀਕ ਹੈ, ਮੈਂ ਐਪਲੀਕੇਸ਼ਨ ਦੇਣ ਵਾਲੇ ਨੂੰ ਵੀ ਗਲਤ ਨਹੀਂ ਕਹਿੰਦਾ। ਜੇ ਗ੍ਰਾਮ ਪੰਚਾਇਤ ਨੇ ਦਿੱਤੀ ਆ ਤਾਂ ਵੀ ਚੰਗੀ ਦਿੱਤੀ ਆ, ਜੇ ਹੋਰ ਕਿਸੇ ਪਰਸਨਲ ਬੰਦੇ ਨੇ ਦਿੱਤੀ ਆ ਤਾਂ ਵੀ ਚੰਗੀ ਦਿੱਤੀ ਆ, ਪਰ ਨਿਸ਼ਾਨਦੇਹੀ ਜਿਹੜੀ ਆ ਨਿਰਪੱਖ ਕਰਾਉਣ ਦਾ ਤਾਂ ਫਰਜ਼ ਬਣਦਾ ਸੀ ਨਾ। ਇਹ ਤਾਂ ਨਹੀਂ ਹੈਗਾ ਕਿ ਜੇ ਮੈਂ ਕਾਂਗਰਸ ਪਾਰਟੀ ਨਾਲ ਨਹੀਂ ਸੰਬੰਧ ਰੱਖਦਾ ਤਾਂ ਇਹਦਾ ਮਤਲਬ ਇਹ ਥੋੜਾ ਕਿ ਮੇਰੇ ਨਾਲ ਧੱਕਾ ਹੀ ਕਰ ਦੇਣਾ ਹੈਗਾ। ਮੌਕੇ ਤੇ ਮੈਨੂੰ ਇੱਕ ਦਿਨ ਪਹਿਲਾਂ ਸੱਦਿਆ ਜਾਂਦਾ, ਮੈਨੂੰ ਪਤਾ ਹੁੰਦਾ, ਮੈਂ ਡਾਕੂਮੈਂਟ ਰੱਖਦਾ, ਮੈਂ ਕਾਨੂੰਗੋ ਪਟਵਾਰੀ ਉਧਰਲਾ ਹੁੰਦਾ, ਮੌਕੇ ਦੇ ਹੋ ਕੇ ਪ੍ਰੋਪਰ ਜਿੱਥੋਂ ਦੀ ਨਿਕਲਦੀ ਆ ਮੈਂ ਉੱਥੋਂ ਦੀ ਛੱਡ ਦਿੰਦਾ। ਮੈਨੂੰ ਤਾਂ ਕੋਈ ਪ੍ਰੋਬਲਮ ਹੀ ਹੈ ਨਹੀਂ ਗੀ। ਜੇ ਮੇਰੀ ਜ਼ਮੀਨ ਚੋਂ ਪਈ ਮੇਰੀ ਚ ਹੀ ਖਤਮ ਹੋ ਜਾਂਦੀ ਆ ਤਾਂ ਮੈਂ, ਜੇ ਕਿਸੇ ਨੇ ਲੰਘਣਾ ਤਾਂ ਠੀਕ ਆ, ਮੈਨੂੰ ਕੋਈ ਪ੍ਰੋਬਲਮ ਹੀ ਹੈ ਨਹੀਂ ਕਿ ਮੈਂ ਤਾਂ ਇਹ ਗੱਲ ਕਹਿਣਾ ਕਿ ਮੈਂ ਛੱਡਣ ਨੂੰ ਤਿਆਰ ਆ। ਬਿਲਕੁਲ ਜੀ, ਜਿੱਥੇ ਹੋਰ ਵੱਡੇ ਵਿਵਾਦ ਨੇ, ਵੱਡੇ ਮਸਲੇ ਨੇ, ਉੱਥੇ ਹੀ ਇਹ ਛੋਟੇ-ਛੋਟੇ ਮਸਲੇ ਨੇ ਜ਼ਮੀਨਾਂ ਦੇ ਪਿੰਡਾਂ ਦੇ ਵਿੱਚ ਅਕਸਰ ਹੀ ਜਿਹੜੇ ਉੱਠਦੇ ਰਹਿੰਦੇ ਨੇ ਤੇ ਬਹੁਤ ਜ਼ਿਆਦਾ ਲੜਾਈਆਂ ਵੀ ਕਈਆਂ ਮਸਲਿਆਂ 'ਚ ਹੋ ਜਾਂਦੀਆਂ ਨੇ। ਪਰ ਇਹ ਮਸਲਿਆਂ ਨੂੰ ਚਾਹੀਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਟੇਬਲ ਤੇ ਬਹਿ ਕੇ ਜਾਂ ਜਿਸ ਤਰ੍ਹਾਂ ਕਿਸਾਨਾਂ ਦੀ ਮੰਗ ਹੈ ਸਹਿਮਤੀ ਦੇ ਨਾਲ ਇਹਨਾਂ ਮਸਲਿਆਂ ਨੂੰ ਹੱਲ ਕੀਤਾ ਜਾਵੇ। ਆਖਰ ਦੇ ਵਿੱਚ ਕੁਝ ਕਹਿਣਾ ਚਾਹੁੰਦੇ? ਮੇਰਾ ਇਸ ਰਿਲੇਟਡ ਕੇਸ 'ਚ ਇੱਕ ਰਾਜੀਨਾਮਾ ਵੀ ਮੰਨ ਲਓ ਕਿ ਕਹਿੰਦੇ ਆ ਕਿ ਸਾਰੇ ਹੋਇਆ, ਮੇਰਾ ਹੋਇਆ, ਉਹ ਮੇਰੇ ਤੇ ਮੇਰਾ ਉਹ ਹੈਗਾ ਸੀ ਫੌਜਦਾਰੀ ਦਾ, ਕੋਈ ਜ਼ਮੀਨ ਦਾ ਮੇਰਾ ਕੇਸ ਨਹੀਂ ਸੀ। ਉਹ ਮੇਰੀ ਕੋਈ ਇਹਨਾਂ ਨਾਲ ਪੈਲੀ ਦੀ ਸੀ, ਲੈਣ ਦੇਣ ਕਰਕੇ ਹੈਗਾ ਸੀ ਪਾਸੇ, ਕੋਈ ਸਾਡਾ ਆਪਸ 'ਚ ਇਹਨਾਂ ਦਾ ਕੰਜਰ ਕਲੇ ਕੋਈ ਹੈਗਾ, ਕੋਈ ਗਾਲਾਂ ਆਉਂਦਾ, ਕੋਈ ਕੁਛ ਵੀ ਹੈਗਾ ਸੀ। ਉਹਦਾ ਸਾਡਾ ਨਿਆਂ ਥਾਣੇਦਾਰ SHO ਸਾਹਿਬ ਨੇ, ਜਸਵੀਰ ਸਿੰਘ ਨੇ ਸਾਨੂੰ ਸੱਦ ਕੇ ਦੋਵਾਂ ਤਰ੍ਹਾਂ ਨੂੰ ਬਹਾ ਕੇ ਸਾਡਾ ਉਹ ਨਿਆਂ ਕਰਾਤਾ। ਹੁਣ ਜਿਹੜਾ ਰਹਿ ਗਿਆ ਮਸਲਾ ਇਹ ਪਈ ਦੀ ਨਿਸ਼ਾਨਦੇਹੀ ਜਿਹੜੀ ਗਲਤ ਹੋਈ ਆ, ਜਿਹੜੀ ਮੈਂ ਤਹਿਸੀਲ ਦਿੱਤੀ ਆ, ਕਾਨੂੰਨ ਉਹਦੇ ਖਿਲਾਫ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ। ਪਤਾ ਨਹੀਂ ਉਹਨੇ ਕਿਹੜੇ ਮੈਨੂੰ ਦੱਸਿਆ ਜਾਵੇ ਕਿਹੜੇ ਪ੍ਰੈਸ਼ਰ 'ਚ ਕੀ ਲੈ ਕੇ ਕੀ ਕੀਤੀ ਆ ਕਿ ਐਡੀ ਉਹਨੂੰ ਕਾਹਲੀ ਪੈ ਗਈ। ਮੇਰੇ ਉਹਨੂੰ ਵਾਰ-ਵਾਰ ਕਹਿਣ ਤੇ ਵੀ ਕਾਨੂੰਗੋ ਸਾਹਿਬ ਕੀ ਮੌਕੇ ਤੇ ਦੂਜੀ ਪਾਰਟੀ ਦਾ ਕਾਨੂੰਗੋ ਪਟਵਾਰੀ ਹਾਜ਼ਰ ਆ ਦੂਜੇ ਹਲਕੇ ਦਾ, ਉਹਦਾ ਮੈਂ ਆਪੇ ਸਾਰਾ ਕੁਝ ਕਰ ਲੂੰਗਾ, ਤੇਰੀ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਕਿ ਮੈਂ ਜਾਣਾ, ਮੇਰਾ ਕੰਮ ਜਾਣੇ, ਤੂੰ ਕੌਣ ਹੁੰਨਾ ਇਸ ਕੰਮ ਦੇ ਵਿੱਚ ਇੰਟਰ। ਫਿਰ ਜਦੋਂ ਇੰਨੀ ਗੱਲ ਕਹੀ ਫਿਰ ਮੈਂ ਚੁੱਪ ਕਰ ਚਲਾ ਗਿਆ। ਫਿਰ ਵੇਖੋ ਇੱਥੋਂ ਛੱਡੀ ਇਹਨਾਂ ਨੇ ਜ਼ਮੀਨ, ਵੱਟ ਆਈ ਹੈ ਨਿਸ਼ਾਨੀ, ਇੱਥੇ ਕੋਈ ਵੱਟ ਨਹੀਂ ਪਾਈ, ਫਸਲ ਬੀਜੀ ਹੋਈ ਕੋਈ ਵੱਟ ਨਹੀਂ ਪਾਈ, ਤੇ ਮੇਰੀ ਫਸਲ ਵੇਖੋ ਜੀ, ਮੇਰੇ ਟਾਲੀਆਂ ਵਿੱਚ ਲਿਆ ਕੇ ਤੇ ਮੇਰੀ ਉਹਨੂੰ ਝੋਨੇ 2 ਵੇਰਾ ਉਹਦਾ ਕੱਦੂ ਕੀਤਾ, ਇਹਦੇ ਵਿੱਚ ਜ਼ਬਰਦਸਤੀ ਵੱਟ ਪਾ ਦਿੱਤੀ ਗਈ ਵੀ ਠੀਕ ਆ ਵੱਟ ਪਾ ਦਿਓ, ਆ 2 ਪਾਸੇ ਮੇਰੀ ਜ਼ਮੀਨ ਹੈ। ਮੈਂ ਕਿਹਾ ਜਦੋਂ ਜਿੱਥੇ ਆਉਂਦੀ ਪਈ ਉੱਥੇ ਵੱਟ ਪਾ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ। ਮੌਕੇ ਦੇ ਗਵਾਹ ਵੀ ਇਹ ਕਹਿ ਦੇਣਗੇ ਵੀ ਹਾਂ ਗੁਰਪ੍ਰੀਤ ਸਿੰਘ ਨੇ ਗੱਲ ਕਹੀ ਸੀ ਵੀ ਜਿੱਥੇ ਪਈ ਆਉਂਦੀ ਛੱਡ ਦਿਓ, ਪਰ ਪ੍ਰੋਪਰ ਸਹੀ ਨਿਸ਼ਾਨਦੇਹੀ ਕਰਾਈ ਜਾਵੇ। ਕਾਨੂੰਗੋ ਪਟਵਾਰੀ ਉਧਰ ਨੇ ਸੱਦ ਕੇ ਉਹਦਾ ਕਰਾਵੇ। ਤੁਸੀਂ ਐਪਲੀਕੇਸ਼ਨ ਦਿੱਤੀ ਹੋਈ ਉਹਨਾਂ ਤੇ ਜਿਹੜਾ ਕਾਰਵਾਈ ਕਰਨੀ ਚਾਹੀਦੀ, ਹਾਂ ਉਹਨਾਂ ਤੇ ਕਰਨੀ ਚਾਹੀਦੀ ਹੈ ਕਾਰਵਾਈ। ਜੇ ਨਹੀਂ ਕਰਨੀ ਹੈਗੀ ਤਾਂ ਫਿਰ ਉਹਨੂੰ ਕੈਂਸਲ ਕਰ ਦਿੱਤਾ ਜਾਵੇ ਜਿਹੜੀ ਪੁਰਾਣੀ ਨਿਸ਼ਾਨਦੇਹੀ ਆ, ਜਾਂ ਉਹ ਤੇ ਕਾਨੂੰਗੋ ਜਿਹੜਾ ਹੈਗਾ ਉਹਨੂੰ ਐਜ਼ ਏ ਮੈਂ ਦੱਸਿਆ ਸੀ ਕਿ ਪਟਵਾਰੀ ਤੇ ਕਾਨੂੰਗੋ ਉਧਰਲਾ ਚਾਹੀਦਾ, ਪੰਚਾਇਤ ਮੈਂਬਰ ਚਾਹੀਦਾ, ਕੋਈ ਸਰਪੰਚ ਚਾਹੀਦਾ, ਕੋਈ ਨਹੀਂ ਆਇਆਗਾ। ਧੱਕੇ ਨਾਲ ਮੇਰੇ ਨਾਲ ਧੱਕਾ ਕਰਕੇ ਫੁੱਲ ਪਾਰਟੀਬਾਜੀ ਰੱਖ ਕੇ ਇਹ ਨਿਸ਼ਾਨਦੇਹੀ ਕੀਤੀ ਗਈ ਆ, ਇੱਕ ਤਰਫਾ ਨਿਸ਼ਾਨਦੇਹੀ ਕੀਤੀ ਗਈ ਆ। ਮੈਂ ਹੋਰ ਇਸ ਤੋਂ ਵੱਧ ਕੀ ਕਰੀਏ ਦੱਸੋ। ਹੁਣ 20 ਤਰੀਕ ਨੂੰ ਅਸੀਂ ਦਿੱਲੀ ਜਾਣਾ ਧਰਨੇ ਤੇ, ਹੁਣ ਜੇ ਸਾਡਾ ਇਹ ਰੌਲਾ ਨਿਬੜੂਗਾ ਫਿਰ ਹੀ ਦਿੱਲੀ ਅਸੀਂ ਜਾਵਾਂਗੇ, ਜੇ ਅਸੀਂ ਇੱਥੇ ਹੀ ਬੈਠੇ ਰਹਾਂਗੇ ਤਾਂ ਫਿਰ ਉਹ ਵੀ ਮਸਲਾ ਨਹੀਂ ਹੱਲ ਹੋਣਾ ਜੀ। ਧੰਨਵਾਦ ਜੀ। ਤਾਂ ਸਾਡਾ ਤੁਹਾਡੇ ਤੱਕ ਇਦਾਂ ਦੇ ਮਸਲੇ ਨੂੰ ਲੈ ਕੇ ਆਉਣਾ ਇਹੋ ਮਕਸਦ ਸੀ ਕਿ ਛੋਟੇ ਤੋਂ ਵੱਡੇ ਵਿਵਾਦ ਕਈ ਵਾਰ ਬਣ ਜਾਂਦੇ ਨੇ, ਪਰ ਇਹਨਾਂ ਨੂੰ ਮੌਕੇ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਨੂੰ ਸਹਿਮਤੀ ਦੇ ਨਾਲ ਜਿਹੜੀਆਂ ਵੀ ਧਿਰਾਂ ਹੋਣ ਜਾਂ ਜਿਹੜੀ ਵੀ ਮੰਗ ਕੀਤੀ ਜਾਂਦੀ ਹੈ ਜਿਹੜੀ ਲੋਕਾਂ ਦੇ ਵੱਲੋਂ, ਉਹਦੇ ਤੇ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ ਜੇ ਉਹ ਸਹੀ ਹੈ ਤਾਂ। ਫਿਲਹਾਲ ਦੇ ਲਈ ਵਿਦਾ ਚਾਹਾਂਗੇ। R19 ਦੇ ਨਾਲ ਜੁੜਨ ਦੇ ਲਈ ਧੰਨਵਾਦ।